ਚਾਹੇ ਮੋਦੀ ਸਰਕਾਰ ਨੇ ਕਣਕ ਦੀ ਖਰੀਦ ਨੂੰ ਲੈ ਕੇ ਸੀਸੀਐਲ ਲਿਮਟ ਜਾਰੀ ਕਰ ਦਿੱਤੀ, ਲੇਕਿਨ ਫਿਰ ਵੀ ਹਜੇ ਸਿੱਧੀ ਅਦਾਇਗੀ ਤੇ ਅੜਿਆ ਹੋਇਆ। ਉਧਰ ਸਰਕਾਰ ਨੇ ਆਪਣਾ ਪਲਾਨ ਬੀ ਵੀ ਤਿਆਰ ਕੀਤਾ ਹੈ। ਇਸ ਸੰਬੰਧੀ ਅਸੀਂ ਗੱਲਬਾਤ ਕਰਾਂਗੇ ਸੂਬੇ ਦੇ ਫੂਡ ਅਤੇ ਸਪਲਾਈ ਮੰਤਰੀ ਸ਼੍ਰੀ ਭਾਰਤ ਭੂਸ਼ਣ ਆਸ਼ੂ ਜੀ ਨੇ। ਸਰ, ਕੀ ਸਮਝਦੇ, ਇੱਕ ਪਾਸੇ ਸੀਸੀਐਲ ਲਿਮਟ ਵੀ, ਦੂਜੇ ਪਾਸੇ ਕਹਿੰਦੇ ਕਿ ਨਹੀਂ, ਕੰਨ ਤੁਹਾਨੂੰ ਉੱਦਾਂ ਹੀ ਫੜਨਾ ਪੈਣਾ, ਚਾਹੇ ਇੱਧਰੋਂ ਫੜੋ ਚਾਹੇ ਉੱਧਰੋਂ ਫੜੋ। ਇੱਕ ਨਾ ਮੈਂ ਤੁਹਾਨੂੰ ਦੱਸ ਦਿਆਂ, CCL ਖਰਾਤ ਵਿੱਚ ਨਹੀਂ ਮਿਲਦੀ। ਬੈਂਕ 'ਚੋਂ ਤੁਸੀਂ ਲੋਨ ਲੈਣ ਜਾਂਦੇ ਹੋ ਨਾ, ਤੇ ਤੁਹਾਡੇ ਅਕਾਊਂਟ ਸਟੇਟਮੈਂਟ ਹੈ, ਇਹ ਸਾਡੇ ਸਰਕਾਰ ਦੀ ਕਾਰਗੁਜ਼ਾਰੀ ਹੈ। ਅਸੀਂ ਕਿਸ ਤਰੀਕੇ ਟਰਾਂਸਪੇਰੈਂਸੀ ਔਰ ਪਾਰਦਰਸ਼ਤਾ ਨਾਲ ਪੇਮੈਂਟਾਂ ਕੀਤੀਆਂ, ਉਹਦੇ ਕਰਕੇ ਜੋ ਸਾਡੀ ਅਕਾਊਂਟ ਸਟੇਟਮੈਂਟ ਜਾਂਦੀ ਹੈ ਉਹਦੇ ਆਧਾਰ 'ਤੇ ਇਹ CCL ਆਉਂਦੀ ਹੈ। ਇਹ ਮੋਦੀ ਕਰਵਾਇਆ ਗਿਆ, ਮਹਿਸੂਸ ਕਰਵਾਇਆ ਗਿਆ। ਨਹੀਂ ਮਹਿਸੂਸ ਤੁਸੀਂ ਕਰਵਾਇਆ ਵੀ ਡਾਇਰੈਕਟ ਪੇਮੈਂਟ CCL ਤਾਂ ਕਦੀ ਪੁੱਛੀ ਨਹੀਂ। ਮੈਂ ਤਾਂ ਹਰ ਵਾਰੀ ਕਿਹਾ ਵੀ CCL ਆ ਰਹੀ ਹੈ, ਸਾਨੂੰ ਕੋਈ ਕਿਤੇ ਪ੍ਰੋਬਲਮ ਨਹੀਂ CCL 'ਚ ਆਉਣੀ। CCL 'ਚ ਸਰਕਾਰ, ਸੈਂਟਰ ਸਰਕਾਰ ਦਾ ਲੈਣ ਦੇਣ ਹੀ ਨਹੀਂ ਹੁੰਦਾ ਅਨਲੈਸ ਅੰਟਿਲ ਸਾਡੇ ਅਕਾਊਂਟਸ ਬਹੁਤ ਜ਼ਿਆਦਾ ਖਰਾਬ ਹੋ ਜਾਣ। ਜਿਵੇਂ ਪਿਛਲੀਆਂ ਸਰਕਾਰਾਂ ਦੇ ਟਾਈਮ 'ਤੇ 10-10 15-15 ਦਿਨ ਨਹੀਂ ਸੀ ਆਉਂਦੇ, ਤਾਂ ਸੈਂਟਰ ਗਵਰਨਮੈਂਟ ਨੂੰ ਵਿੱਚ ਇੰਟਰਵੀਨ ਕਰਕੇ ਦਿਲਵਾਉਣੀ ਪੈਂਦੀ ਸੀਗੀ। ਅਸੀਂ ਤਾਂ ਪਿਛਲੇ ਜਿੰਨੀਆਂ 8 ਫਸਲਾਂ ਚੱਕੀਆਂ, CCL ਸਾਡੀ ਟਾਈਮ 'ਤੇ ਆਈ ਹੈ, ਕਿਉਂਕਿ ਸਾਡੇ ਬਈ ਖਾਤੇ ਠੀਕ ਨੇ। ਇੱਕ ਗੱਲ ਇਹ ਮੈਂ ਤੁਹਾਨੂੰ ਕਲੈਰਿਟੀ ਲਿਆ ਦਿਆਂ। ਦੂਸਰੀ ਗੱਲ, ਮੈਂ ਸ਼ੁਰੂਆਤ 'ਚੋਂ ਕਹਿ ਰਿਹਾ ਵੀ ਸਾਡੀ CCL ਵੀ ਆਉਣੀ ਹੈ ਅਤੇ ਅਸੀਂ ਪ੍ਰੋਕਿਉਰਮੈਂਟ ਵੀ ਕਰਨੀ ਹੈ। ਹੁਣ ਤੀਸਰੀ ਗੱਲ, ਤੁਸੀਂ ਇਹ ਕਹਿੰਦੇ ਹੋ ਵੀ ਕੋਈ ਪਲਾਨ B ਹੈ। ਸਾਡਾ ਔਰ ਸਾਡੇ CM ਸਾਹਿਬ ਦੀ ਜੋ ਡਾਇਰੈਕਸ਼ਨ ਹੈ ਔਰ ਜੋ ਉਹਨਾਂ ਦੀ ਇਸ ਵੇਲੇ ਇਹ ਸੋਚ ਆ ਵੀ ਜਿਹੜਾ ਕਿਸਾਨ ਔਰ ਆੜ੍ਹਤੀਆਂ ਦਾ ਰਿਸ਼ਤਾ ਆ, ਇਹ ਮੈਂ ਟੁੱਟਣ ਨਹੀਂ ਦੇਣਾ ਅਤੇ ਸਿਸਟਮ ਨੂੰ ਵੀ ਪ੍ਰੋਟੈਕਟ ਕਰਕੇ ਰੱਖਣਾ ਹੈ। ਉਹਦੇ ਵਾਸਤੇ ਕੀ ਮੈਕੈਨਿਜ਼ਮ ਤਿਆਰ ਕਰਨੇ ਆ। ਅਗਰ ਕੋਈ ਸੈਂਟਰ ਗੌਰਮੈਂਟ ਵੱਲੋਂ ਇਹੋ ਜਿਹੀ ਅਖੀਰ ਤਾਈਂ ਰਹਿੰਦੀ ਹੋਈ ਹੈ ਉਹਨਾਂ ਵੱਲੋਂ ਜ਼ਿੱਦ, ਅਤੇ ਇਹਨੂੰ ਕਿਸ ਤਰੀਕੇ ਇਸ ਸਿਸਟਮ ਨੂੰ ਸਾਰਿਆਂ ਨੂੰ ਪ੍ਰੋਟੈਕਟ ਕਰਕੇ ਚਲਾਉਣਾ, ਉਹਦੇ ਵਾਸਤੇ ਵੀ ਅਸੀਂ ਜ਼ਰੂਰ ਮੱਥਾਪੱਚੀ ਕਰਾਂਗੇ, ਤਿਆਰੀ ਕਰਕੇ ਰੱਖਾਂਗੇ। ਸਾਰੇ ਕਿਸਾਨ ਦੇ ਨਾਲ ਜਿੰਨੇ ਸਟੇਕ ਹੋਲਡਰਸ ਇਨਵੋਲਵ ਨੇ, ਚਾਹੇ ਉਹ ਟਰਾਂਸਪੋਰਟਰ ਹੈ, ਚਾਹੇ ਕੋਈ ਆੜ੍ਹਤੀ ਆਇਆ, ਚਾਹੇ ਕੋਈ ਲੇਬਰ ਵਾਲਾ ਆ, ਹਰੇਕ ਦਾ ਕਿਸ ਤਰੀਕੇ ਉਹਦਾ ਹੱਕ ਪ੍ਰੋਟੈਕਟ ਕਰਕੇ ਰੱਖਣਾ ਹੈ ਸਰਕਾਰਾਂ ਦੀ ਜ਼ਿੰਮੇਵਾਰੀ। ਅਸੀਂ ਸਿੱਧੀ ਅਦਾਇਗੀ ਨੂੰ ਲੈ ਕੇ ਹਜੇ ਵੀ ਕਾਂਗਰਸ ਸਰਕਾਰ, ਸੈਂਟਰ ਸਰ ਉੱਥੇ ਹੀ ਹੈ। ਬਿਲਕੁਲ, ਉਹਨਾਂ ਦਾ ਸਟੈਂਡ ਆਪਣੀ ਜਗ੍ਹਾ ਹੈ, ਸਟੇਟ ਗਵਰਨਮੈਂਟ ਦਾ ਸਟੈਂਡ ਆਪਣੀ ਜਗ੍ਹਾ ਹੈ। CM ਸਾਹਿਬ ਨੇ ਕਿਹਾ ਅਸੀਂ ਆੜ੍ਹਤੀਆਂ ਦੇ ਥਰੂ ਕਰਨੀ ਹੈ, ਅਤੇ ਸਾਡਾ ਸਟੈਂਡ ਬਹੁਤ ਕਲੀਅਰ ਔਰ ਕਨਵੇਡ ਹੈ। ਕੱਲ 4 ਵਜੇ ਮੀਟਿੰਗ ਹੈ ਇਹਦੇ 'ਤੇ ਕ੍ਰਿਸ਼ੀ ਭਵਨ 'ਚ ਪਿਊਸ਼ ਗੋਇਲ ਜੀ ਨਾਲ ਅਤੇ ਉਹਨਾਂ ਦੇ ਸਾਰੇ ਆਫਿਸਰਸ ਨਾਲ, ਅਤੇ ਅਸੀਂ ਇੱਥੋਂ ਵੀ ਜਾਵਾਂਗੇ, ਇੱਥੋਂ ਪੰਜਾਬ ਦਾ ਵਫਦ ਜਾਏਗਾ। ਉਹਦਾ ਕੀ ਸਿੱਟਾ ਨਿਕਲਦਾ ਕੱਲ੍ਹ ਸ਼ਾਮ ਤਾਈਂ ਦੇਖਦੇ ਹਾਂ। ਮਤਲਬ ਇਹ ਤਾਂ ਓਪੋਜੀਸ਼ਨ ਵਾਲੇ ਵੀ ਮੰਨਦੇ ਹੈਗੇ ਨੇ ਕਿ ਜਿਉਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਹੀ ਹੈ, ਕਿਸਾਨ ਮੰਡੀਆਂ 'ਚ ਨਹੀਂ ਰੁਲਿਆ ਗਾ। ਪਰ ਹੁਣ ਜਿੱਦਾਂ ਸੈਂਟਰ ਦਾ ਰਵੱਈਆ ਲਗਾਤਾਰ ਕਿ ਸਿੱਧੀ ਅਦਾਇਗੀ ਤੋਂ ਬਗੈਰ ਗੁਜ਼ਾਰਾ ਨਹੀਂ ਹੈਗਾ, ਕਿਸਾਨ ਵੀ ਚਾਹੁੰਦੇ ਆ ਕਿ ਸਾਡਾ ਰਿਸ਼ਤਾ ਨਾ ਟੁੱਟੇ, ਆੜ੍ਹਤੀਆਂ 'ਤੇ ਵੀ ਕੈਪਟਨ ਸਾਹਿਬ ਨੇ ਕਹਿ ਕਿ ਸਾਡੇ ਦਰਵਾਜ਼ੇ ਖੁੱਲ੍ਹੇ ਨੇ। ਪਰ ਸਵਾਲ ਹੈ ਕਿ ਖਰੀਦ ਨਿਰਵਿਘਨ ਹੋਏਗੀ, 10 ਤਰੀਕ ਤੋਂ ਸ਼ੁਰੂ ਹੋ ਜਾਏਗੀ। ਬਿਲਕੁਲ ਤੁਹਾਡੇ ਸਾਹਮਣੇ ਹੀ ਆਏਗੀ, ਨਿਰਵਿਘਨ ਹੋਏਗੀ, ਇੱਕ ਇੱਕ ਦਾਣਾ ਚੱਕਿਆ ਜਾਏਗਾ ਔਰ ਉਹਦੀ ਅਦਾਇਗੀ ਵੀ 48 ਘੰਟੇ ਦੇ ਵਿੱਚ। 48 ਬਾਕੀ ਸੂਬੇ ਤਾਂ ਅੱਜ ਲਾ ਰਹੇ, ਅਸੀਂ ਤਾਂ 48 ਘੰਟੇ 'ਚ ਪਿਛਲੇ 4 ਸਾਲਾਂ ਤੋਂ ਦਿੰਦੇ ਆ ਰਹੇ ਹਾਂ, ਬਗੈਰ ਕਿਸੇ ਰੋਕ ਟੋਕ ਦੇ ਕਿਸਾਨ ਦੇ ਖਾਤੇ 'ਚ ਜਦੋਂ ਬਿੱਲ ਰੇਜ਼ ਹੁੰਦਾ 48 ਘੰਟੇ 'ਚ ਪੇਮੈਂਟ ਚਲੇ ਜਾਂਦੀ ਹੈ। ਔਰ ਜਿਹੜੀ ਟਰਾਂਸਪੇਰੈਂਸੀ ਦੀ ਗੱਲ ਲੋਕ ਸਭਾ 'ਚ ਵੀ ਅਤੇ ਪਿਊਸ਼ ਗੋਇਲ ਜੀ ਬਾਹਰ ਵੀ ਕਹਿੰਦੇ ਹੈ, ਉਹ ਟਰਾਂਸਪੇਰੈਂਸੀ ਪਿਛਲੇ 3 ਸੀਜ਼ਨਸ ਤੋਂ ਅਸੀਂ ਅਨਾਜ ਖਰੀਦ ਪੋਰਟਲ ਜਿਹੜਾ PFMS ਨਾਲ ਅਸੀਂ ਇੰਟੀਗ੍ਰੇਟ ਕਰ ਰੱਖਿਆ, ਉਹਦੇ ਥਰੂ ਹੋ ਰਹੀ ਹੈ। ਸਾਰੇ ਕਿਸਾਨਾਂ ਦੇ ਖਾਤਿਆਂ 'ਚ RTGS ਜਾਂਦੀ ਹੈ, ਪਰ ਜਾਂਦੀ ਥਰੂ ਆੜ੍ਹਤੀਆਜ਼ ਹੈ। ਆੜ੍ਹਤੀਆਂ ਦੀ ਜਿਹੜੀ ਆੜਤ ਹੈ ਉਹ ਅਸੀਂ ਅਲੱਗ ਤੋਂ ਦਿੰਦੇ ਹਾਂ। ਉਹਦੇ 'ਚ ਉਸ ਪੇਮੈਂਟ ਦੇ ਵਿੱਚ ਨਾ ਕੋਈ ਆੜ੍ਹਤੀਆ ਕੱਟ ਲਗਾ ਸਕਦਾ, ਨਾ ਕੁਛ ਕਰ ਸਕਦਾ, ਸਿਰਫ ਉਹਦੇ ਥਰੂ ਪੇਮੈਂਟ ਹੁੰਦੀ। ਮਤਲਬ ਪਿਊਸ਼ ਗੋਇਲ ਨੇ ਤੁਹਾਨੂੰ ਬੁਲਾ ਲਿਆ ਹੈਗਾ, ਚਾਹੇ ਕਿ ਪਹਿਲਾਂ ਤੁਹਾਡਾ ਕਾਫੀ ਕਿ ਉਹ ਆਉਂਦੇ ਨਹੀਂ ਹੈਗੇ, ਲਾਈਨ 'ਤੇ ਨਹੀਂ ਆਉਂਦੇ। ਕੱਲ੍ਹ ਉਹਨਾਂ ਨਾਲ 1 ਘੰਟਾ VC ਵੀ ਹੋਈ ਹੈ, ਸਾਰੇ ਇਸ਼ੂ VC 'ਤੇ ਡਿਸਕਸ ਵੀ ਹੋਏ ਨੇ, ਰੇਜ਼ ਵੀ ਕੀਤੇ। ਅਸੀਂ ਅੱਜ ਏਜੰਡਾ ਉਹਨਾਂ ਨੂੰ ਭੇਜ ਰਹੇ ਹਾਂ ਅਤੇ ਕੱਲ੍ਹ ਸਾਰਾ ਵਫਦ ਉਹਨਾਂ ਨੂੰ ਮਿਲਣ ਜਾ ਰਿਹਾ। ਔਰ ਇਹਨਾਂ ਚੀਜ਼ਾਂ 'ਤੇ, ਔਰ ਖ਼ਾਸ ਤੌਰ 'ਤੇ ਜਿਹੜੀ ਇਸ਼ੂ ਤੁਹਾਡੇ ਸਾਹਮਣੇ ਹੈ ਡਾਇਰੈਕਟ ਪੇਮੈਂਟ ਟੂ ਫਾਰਮਰਸ, ਇਹਦੇ 'ਤੇ ਡਿਸਕਸ਼ਨ ਹੋਏਗੀ। ਹੋਰ RDF ਇਸ਼ੂ ਹੈ, ਹੋਰ ਸਾਡੇ ਪ੍ਰੋਕਿਉਰਮੈਂਟ ਇੰਸੀਡੈਂਟਲਸ ਹੈ, ਉਹ ਜਿਹੜੇ ਰੁਕੇ ਹੋਏ ਆ, ਇੱਥੋਂ ਦੀ ਮੂਵਮੈਂਟ ਹੈ, ਇੱਥੇ ਸਪੇਸ ਦੀ ਸ਼ਾਰਟੇਜ ਹੁੰਦੀ ਜਾ ਰਹੀ ਹੈ, ਕਿਸ ਤਰੀਕੇ ਜਿਹੜਾ ਸਾਡਾ ਭੰਡਾਰ ਹੈ ਅਸੀਂ ਬਾਹਰ ਮੂਵ ਕਰਨਾ ਹੈ, ਸਾਰੇ ਇਸ਼ੂਜ਼ ਅਸੀਂ ਲਵਾਂਗੇ ਕੱਲ੍ਹ ਜਾ ਕੇ। RDF 'ਚ ਵੀ ਕਟੌਤੀ ਕਰਦੀ, ਕਹਿੰਦੇ ਪਿਛਲਾ 800 ਕਰੋੜ ਰੁਪਈਆ ਵੀ ਨਹੀਂ ਦਿੱਤਾ ਹੈਗਾ, ਉਹ ਵੀ ਹੋਏਗੀ ਏਜੰਡੇ 'ਤੇ। ਜੀ ਉਹ ਵੀ ਏਜੰਡੇ 'ਤੇ ਹੈ, ਮੈਂ ਦੱਸਿਆ ਤੁਹਾਨੂੰ। ਇੱਕ ਆੜ੍ਹਤੀ ਐਸੋਸੀਏਸ਼ਨ ਦੁਬਾਰਾ ਸਰਕਾਰ ਨੂੰ ਮਿਲ ਰਹੇ ਹੈਗੇ,
ਉਹਨਾਂ ਨਾਲ ਭਰੋਸਾ ਨਹੀਂ ਹੈਗਾ ਕਿ ਉਹ ਆਪਣੀ ਵਿਉਂਤਬੰਦੀ ਤਿਆਰ ਕਰੇ ਨੇ। ਨਹੀਂ, ਤੁਸੀਂ ਪਿਛਲੀ ਵਾਰ ਆਏ ਸੀਗੇ ਜਦੋਂ 4 ਦਿਨ ਪਹਿਲਾਂ ਸੀਐਮ ਸਾਹਿਬ ਨਾਲ ਮੀਟਿੰਗ ਹੋਈ ਸੀਗੀ, ਉਸੇ ਦਿਨ ਹੀ ਇਹ ਡਿਸਾਈਡਡ ਸੀਗਾ ਵੀ ਜਿਹੜਾ ਉਹਨਾਂ ਨੇ ਆਪਣੀਆਂ ਮੰਗਾਂ ਦੱਸੀਆਂ ਹੈ ਉਹਨਾਂ ਨੂੰ ਲੈ ਕੇ ਸਰਕਾਰ ਨੇ ਆਪਣੇ ਆਫੀਸਰਸ ਨੂੰ ਕਹਿਤਾ ਸੀਗਾ ਵੀ ਇਹਨਾਂ ਨੂੰ ਸਾਰਿਆਂ ਨੂੰ ਦੇਖੋ, ਤੇ ਅਗਲੀ ਮੀਟਿੰਗ ਉਸੇ ਦਿਨ ਹੀ ਤੈਅ ਹੋ ਗਈ ਸੀਗੀ ਵੀ 2-3 ਦਿਨ ਬਾਅਦ ਬੈਠਾਂਗੇ ਤੇ ਇਹਨਾਂ ਚੋਂ ਜਿੰਨੀਆਂ ਵੀ ਮੰਗਾਂ ਸਰਕਾਰ ਆਪਣੇ ਲੈਵਲ ਤੇ ਕਰ ਸਕਦੀ ਹੋਈ ਜਿਹੜੀ ਪੰਜਾਬ ਸਰਕਾਰ ਦੇ ਹੱਥ 'ਚ ਹੋਈਆਂ ਉਹ ਅਸੀਂ ਅੱਜ ਉਹਦੇ ਤੇ ਫੈਸਲਾ ਕਰਾਂਗੇ। ਸੀਐਮ ਸਾਹਿਬ ਦੱਸਣਗੇ ਉਹਨਾਂ ਨੂੰ। ਜਿਹੜੇ ਪੰਜਾਬ ਦੇ ਬੀਜੇਪੀ ਦੀ ਗੱਲ ਕਰੀ ਜਾਂ ਅਕਾਲੀ ਦਲ ਦੀ ਗੱਲ ਕਰੀ, ਉਹ ਆਪਣੀ ਸਿਆਸਤ ਕਰ ਰਹੇ ਨੇ। ਹਾਲਾਂਕਿ ਬੀਜੇਪੀ ਦਾ ਵੀ ਉਹਨਾਂ ਰੋਲ ਬਣਦਾ ਕਿ ਜਿੰਨਾ ਸਰਕਾਰ ਦਾ, ਜਿੰਨਾ ਸਰਕਾਰ ਦਾ ਰੋਲ ਉਹਨਾਂ ਓਪੋਜੀਸ਼ਨ ਦਾ। ਤੁਹਾਨੂੰ ਲੱਗਦਾ ਕਿ ਜਿਹੜੇ ਮਸਲੇ, ਜਿਸ ਮਸਲਿਆਂ ਤੇ ਸੈਂਟਰ ਸਰਕਾਰ ਵਾਰ-ਵਾਰ ਪੰਜਾਬ ਦੀ ਘੇਰਾਬੰਦੀ ਕਰ ਰਿਹਾ, ਉਹਨਾਂ ਨੂੰ ਲੈ ਕੇ ਓਪੋਜੀਸ਼ਨ ਨੂੰ ਨਾਲ ਖੜਾ ਹੋਣਾ ਚਾਹੀਦਾ ਸਰਕਾਰ ਨਾਲ? ਜੀ ਇਹ ਬਿਲਕੁਲ ਅੱਜ ਬਹੁਤ ਸਮਝਦਾਰ ਹੈ ਪੰਜਾਬ ਦਾ ਕਿਸਾਨ, ਉਹਨਾਂ ਨੂੰ ਪਤਾ ਹੈ ਇਹ ਇਸ਼ੂ ਕਿਹਦੇ ਵੱਲੋਂ ਕ੍ਰੀਏਟ ਕੀਤਾ ਗਿਆ। ਅਗਰ ਸੈਂਟਰ ਦੇ ਵਿੱਚ ਬੀਜੇਪੀ ਸਰਕਾਰ ਹੈ ਤਾਂ ਜਿਹੜੇ ਬੀਜੇਪੀ ਦੇ ਨੁਮਾਇੰਦੇ ਇੱਥੇ ਬੈਠੇ ਹੈ ਉਹਨਾਂ ਨੂੰ ਉਹਨਾਂ ਦੀਆਂ ਭਾਵਨਾਵਾਂ ਪਹੁੰਚਾਉਣੀਆਂ ਚਾਹੀਦੀਆਂ ਸੀਗੀਆਂ। ਉਹ ਤਾਂ 3 ਕਿਸਾਨ ਬਿੱਲਾਂ ਤੇ ਭਾਵਨਾਵਾਂ ਨਹੀਂ ਪਹੁੰਚਾ ਪਾਏ, ਉੱਪਰੋਂ ਆਪਣੇ ਹਾਈ ਕਮਾਂਡ ਦੀਆਂ ਭਾਵਨਾਵਾਂ ਕਿਸਾਨਾਂ ਤਾਈਂ ਪਹੁੰਚਾਉਣ ਲਈ ਉਹਨਾਂ ਦੇ ਹਿੱਕਾਂ 'ਚ ਵੱਜਦੇ ਹੈ ਤੇ ਫਿਰ ਅਣਸੁਖਾਵੇਂ ਦੁਖਾਂਤ ਕਿਤੇ ਨਾ ਕਿਤੇ ਵਾਪਰਦੇ ਹੈ। ਪਰ ਹਾਲਾਤ ਇਹ ਹੈ ਵੀ ਜਿਹੜੀ ਜਮਹੂਰੀਅਤ ਦੇ ਵਿੱਚ ਸਰਕਾਰਾਂ ਹੈ ਨਾ, ਉਹ ਲੋਕਾਂ ਦੀ ਸੋਚ ਦਾ ਆਇਨਾ ਹੁੰਦੀਆਂ, ਸ਼ੀਸ਼ਾ ਹੁੰਦੀਆਂ। ਜੋ ਅਸੀਂ ਇੱਥੇ ਦੀ ਪਬਲਿਕ ਸੋਚਦੀ ਹੈ ਅਸੀਂ ਉਹਨਾਂ ਨੂੰ ਹੀ ਪਾਲਿਸੀਆਂ ਦੇ ਵਿੱਚ ਬਣਾ ਕੇ ਉਹਨਾਂ ਦੀ ਸੋਚ ਨੂੰ ਹੀ ਐਗਜ਼ੀਕਿਊਸ਼ਨ 'ਚ ਲਿਜਾਣਾ ਹੁੰਦਾ। ਪਰ ਇੱਥੇ ਦੀ ਸੋਚ ਉੱਥੇ ਤਾਈਂ ਪਹੁੰਚਾ ਹੀ ਨਹੀਂ ਪਾ ਰਹੇ ਉਹ। ਉਹਨਾਂ ਨੂੰ ਚਾਹੀਦਾ ਆ ਵੀ ਜੋ ਇੱਥੇ ਦਾ ਆੜ੍ਹਤੀਆ ਵਰਗ ਆ ਜਿਹੜਾ ਬਾਏ ਐਂਡ ਲਾਰਜ ਉਹਨਾਂ ਦੀ ਪਾਰਟੀ ਦਾ ਸਪੋਰਟਰ ਰਿਹਾ ਹੈ, ਦੇਖਿਆ ਜਾਵੇ ਤਾਂ ਉਹਨਾਂ ਦੀਆਂ ਭਾਵਨਾਵਾਂ ਪਹੁੰਚਾਉਣੀਆਂ ਚਾਹੀਦੀਆਂ, ਕਿਸਾਨਾਂ ਦੀਆਂ ਭਾਵਨਾਵਾਂ ਪਹੁੰਚਾਉਣੀਆਂ ਚਾਹੀਦੀਆਂ ਉਹਨਾਂ ਨੂੰ। ਹੋਰ ਨਹੀਂ ਤਾਂ ਇੰਨਾ ਹੀ ਕਹਿਣਾ ਚਾਹੀਦਾ ਵੀ ਪਹਿਲਾਂ ਡਿਸਕਸ਼ਨ ਤਾਂ ਇਹਨੂੰ ਡੈਫਰ ਕਰ ਲਓ, ਇਹ ਉਹਨਾਂ ਦਾ ਫਰਜ਼ ਬਣਦਾ ਹੈ। ਪਰ ਉਹਨਾਂ ਦੀ ਆਪ ਦੀ ਸੋਚ ਹੈ, ਮੈਂ ਕੀ ਕਹਿ ਸਕਦਾ ਹਾਂ। ਅਣਸੁਖਾਵੀਂ ਘਟਨਾ ਦਾ ਜ਼ਿਕਰ ਕੀਤਾ ਹੈਗਾ ਕਿ ਅਸ਼ਵਨੀ ਸ਼ਰਮਾ ਜਿਹੜੇ ਬੀਜੇਪੀ ਪ੍ਰਧਾਨ ਕਹਿੰਦੇ ਪੰਜਾਬ 'ਚ ਕਾਨੂੰਨ ਵਿਵਸਥਾ ਵਿਗੜ ਗਈ ਹੈ, ਸਾਡੇ ਹੱਕ ਖੋਏ ਜਾ ਰਹੇ ਨੇ। ਕਿਸੇ ਦਾ ਹੱਕ ਕਿਤੇ ਨਹੀਂ ਖੋਇਆ ਜਾ ਰਿਹਾ। ਜਿੰਨੀ ਕਾਨੂੰਨ ਵਿਵਸਥਾ ਤੁਸੀਂ ਵੀ ਸਾਰੇ ਜਾਣਦੇ ਹੋ ਪੰਜਾਬ ਦੇ ਵਿੱਚ ਦਰੁਸਤ ਆ, ਕਿਤੇ ਵੀ ਨਹੀਂ ਹੈ। ਜੇ ਕੰਪੇਅਰ ਕਰ ਲਈਏ, ਗੁਆਂਢ 'ਚ ਯੂਪੀ ਪਿਆ, ਗੁਆਂਢ 'ਚ ਹਰਿਆਣਾ ਪਿਆ, ਹਰਿਆਣੇ 'ਚ ਤਾਂ ਚੀਫ ਮਿਨਿਸਟਰ ਦਾ ਹੈਲੀਕਾਪਟਰ ਨਹੀਂ ਉਤਰਨ ਦਿੰਦੇ। ਸਾਰੀ ਸਰਕਾਰ ਚੰਡੀਗੜ੍ਹ 'ਚ ਨਜ਼ਰਬੰਦ ਹੋਈ ਆ, ਉਹਨਾਂ ਦੇ ਐਮਐਲਏ ਨਹੀਂ ਮੂਵ ਕਰ ਪਾ ਰਹੇ। ਇਹ ਇੱਥੇ ਚਾਹੇ ਸਿਕਿਉਰਿਟੀਆਂ ਨਾਲ ਮੂਵ ਤਾਂ ਕਰਦੇ ਨੇ, ਪਰ ਨਾਲ ਦੀ ਨਾਲ ਅਸ਼ਵਨੀ ਸ਼ਰਮਾ ਜੀ ਇਹ ਸੋਚਣ ਵੀ ਇਹ ਅਣਸੁਖਾਵੀਂ ਘਟਨਾ ਵਾਪਰਦੀ ਕਿਉਂ ਹੈ। ਸੀਐਮ ਸਾਹਿਬ ਨੇ ਉਸੇ ਦਿਨ ਨਿੰਦਿਆ ਕੀਤੀ ਘਟਨਾ ਦੀ, ਪਰ ਇਹ ਆਖਿਆ ਵੀ ਫਟਾਫਟ ਕੇਂਦਰ ਸਰਕਾਰ ਨੂੰ, ਖਾਸ ਤੌਰ ਤੇ ਪੀਐਮ ਨੂੰ ਇੰਟਰਵੀਨ ਕਰਨਾ ਚਾਹੀਦਾ ਹੈ। ਖੁੱਲ੍ਹੇ ਦਿਲ ਨਾਲ ਇਹਨੂੰ ਸੋਚਣਾ ਚਾਹੀਦਾ ਹੈ। ਪੰਜਾਬ ਦੇ ਹਾਲਾਤਾਂ ਦੇ ਮੱਦੇ ਨਜ਼ਰ ਇਹਦੇ ਤੇ ਫੈਸਲੇ ਲੈਣੇ ਚਾਹੀਦੇ ਆ। ਜਿਹੜੀ ਕਿਸਾਨ ਐਜੀਟੇਸ਼ਨ ਤੇ ਉਹਨਾਂ ਦੀਆਂ ਡਿਮਾਂਡਸ ਨੇ ਅੱਜ ਖੜੀਆਂ। ਬੀਬੀ ਹਰਸਿਮਰਤ ਕੌਰ ਬਾਦਲ ਕਹਿ ਰਹੀ ਕਿ ਖੇਤੀਬਾੜੀ ਮਸਲੇ ਤੇ ਹੁਣ ਵੇਲ ਆ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਦੇ ਦੇਣਾ ਚਾਹੀਦਾ। ਬੀਬੀ ਜੀ ਨੂੰ ਆਪ ਚਾਹੀਦਾ ਸੀਗਾ, ਸਾਰੀ ਬਲਾ ਤਾਂ ਉਹਨਾਂ ਦੀ ਕ੍ਰੀਏਟ ਕੀਤੀ ਹੋਈ ਹੈ। ਜੇ ਅੱਜ ਕਿਸਾਨਾਂ ਦੇ ਇਸ਼ੂਜ਼ ਨੇ, ਜਦੋਂ ਉਹ ਉੱਥੇ ਸਰਕਾਰ 'ਚ ਬੈਠੇ ਸਨ ਉਦੋਂ ਹੀ ਉਹਨਾਂ ਦੀ ਆੜਤ 2.5% ਤੋਂ ਕੱਟ ਲੱਗੀ, ਕਦੀ ਉਹਨਾਂ ਨੇ ਇਸ਼ੂ ਨਹੀਂ ਚੱਕਿਆ। ਉਹਨਾਂ ਦੇ ਹੁੰਦਿਆਂ ਆਰਡੀਨੈਂਸ ਇਸ਼ੂ ਹੋਏ, ਕਦੀ ਉਹਨਾਂ ਨੇ ਮੁੱਦਾ ਨਹੀਂ ਚੱਕਿਆ। ਜਿੰਨੀਆਂ ਸਖਤੀਆਂ 2017 ਤੋਂ ਹੌਲੀ ਸ਼ੁਰੂ ਹੋਈਆਂ ਨੇ, ਕਦੀ ਉਹਨਾਂ ਨੇ ਮੁੱਦਾ ਨਹੀਂ ਚੱਕਿਆ। ਅੱਜ ਉਹਨਾਂ ਨੂੰ ਕਿਸਾਨੀ ਦੀ ਬੜੀ ਯਾਦ ਆ ਰਹੀ ਹੈ ਪਿਛਲੇ 3-4 ਮਹੀਨੇ ਤੋਂ। ਉਹ ਵੀ ਉਦੋਂ ਵੀ ਜੋ ਹਾਲ ਅੱਜ ਬੀਜੇਪੀ ਦਾ ਹੋ ਰਿਹਾ ਕਿਤੇ ਉਹਨਾਂ ਦਾ ਨਾ ਹੋ ਜਾਏ, ਇਸ ਕਰਕੇ ਉਹ ਚੀਚੀ ਉਂਗਲੀ ਨੂੰ ਉਹ ਚੀਰਾ ਲਾ ਕੇ ਤੇ ਸ਼ਹੀਦ ਹੋਣ ਵਾਲੀ ਗੱਲ ਕਰਦੇ ਪਏ ਨੇ। ਸੋ ਕੈਪਟਨ ਸਾਹਿਬ ਨੂੰ ਪਤਾ ਆ ਵੀ ਪੰਜਾਬ ਵਾਸਤੇ ਉਹਨਾਂ ਨੇ ਕਿਹੜਾ ਸਟੈਪ ਲੈਣਾ। ਉਹਨਾਂ ਨੇ ਕਦੀ ਗੱਦੀ ਦੀ ਪਰਵਾਹ ਨਹੀਂ ਕਰੀ। ਇਹੋ ਜਿਹੇ ਫੈਸਲੇ ਲਏ ਨੇ ਪੰਜਾਬ ਦੇ ਹੱਕ 'ਚ ਜਿਹੜੇ ਹਿਸਟਰੀ 'ਚ ਲਿਖੇ ਹੋਏ ਨੇ। ਤੇ ਅੱਜ ਵੀ ਪੰਜਾਬ ਦੀ ਕਿਸਾਨੀ ਵਾਸਤੇ ਕੀ ਫੈਸਲਾ, ਕਿਹੜਾ ਢੁਕਵਾਂ ਫੈਸਲਾ, ਕਿਹੜੇ ਢੁਕਵੇਂ ਟਾਈਮ ਲੈਣਾ, ਉਹ ਬਿਲਕੁਲ ਲੈਣਗੇ। ਸਰ, ਕੱਲ੍ਹ ਜਿਹੜੀ ਤੁਹਾਡੀ ਮੀਟਿੰਗ ਹੋ ਰਹੀ ਆ ਪਿਊਸ਼ ਗੋਇਲ ਨਾਲ, ਉਮੀਦ ਹੈ ਕਿ ਖਾਲੀ ਨਹੀਂ ਮੋੜਨਗੇ ਜੀ? ਬਿਲਕੁਲ। ਇਹ ਸਾਰੀਆਂ ਇੱਕ ਤਾਂ ਜਿਹੜੇ ਹਾਲਾਤ ਨੇ ਜ਼ਮੀਨੀ ਹਾਲਾਤ, ਤੇ ਕੁਝ ਪੰਜਾਬ ਦੀਆਂ ਜਾਇਜ਼ ਮੰਗਾਂ ਵੀ ਹੈ। ਜਾਇਜ਼ ਮੰਗਾਂ 'ਚ ਜ਼ਿਕਰ ਕਰੋ ਖੇਤੀਬਾੜੀ ਕਾਨੂੰਨ ਜਿਹੜੇ 3 ਹੈਗੇ ਨੇ, ਕਿ ਉਹਨਾਂ ਦਾ ਬਹੁਤ ਵੱਡਾ ਰੋਲ ਪਿਊਸ਼ ਗੋਇਲ ਦਾ। ਜਿਹੜੇ ਕਾਨੂੰਨ ਨੇ ਉਹ ਇਸ ਵਫਦ ਦੇ ਵਿੱਚ ਨਹੀਂ ਡਿਸਕਸ ਹੋਣੇ, ਪਰ ਬਾਕੀ ਸਾਰੀਆਂ ਜਿਹੜੀਆਂ ਫੂਡ ਨਾਲ ਰਿਲੇਟਡ ਡਿਮਾਂਡਸ ਨੇ, ਅੱਜ ਜਦੋਂ ਪ੍ਰੋਕਿਉਰਮੈਂਟ ਸਾਡੀ 3-4 ਦਿਨ ਅੱਗੇ ਖੜੀ ਹੈ, ਉਸ ਤੋਂ ਪਹਿਲਾਂ ਜਿੰਨੀਆਂ ਅਸੀਂ ਉਹਨਾਂ ਤੋਂ ਮਨਵਾ ਪਾਏ। ਸਾਡਾ ਆਰਡੀਐਫ ਪਿਛਲੇ 6 ਮਹੀਨੇ ਤੋਂ ਰੋਕਿਆ ਪਿਆ ਹੈ, 800 ਕਰੋੜ ਨਵਾਂ ਆਰਡੀਐਫ ਫਿਰ ਰੇੜਕਾ ਖੜਾ ਹੋ ਜਾਣਾ। ਇਹਦੇ ਵਿੱਚ ਵੀ ਜਿਹਦੇ ਨਾਲ ਡਿਵੈਲਪਮੈਂਟ ਅਫੈਕਟ ਹੋਏਗੀ ਪੰਜਾਬ ਦੀ। ਨਾਲ ਦੀ ਨਾਲ ਹੋਰ ਆਹ ਡਾਇਰੈਕਟ ਪੇਮੈਂਟ ਟੂ ਆੜ੍ਹਤੀਆਜ਼ ਇਸ਼ੂ ਹੈ। ਇਸ ਐਜੀਟੇਸ਼ਨ ਦੇ ਦੌਰਾਨ ਉਹਦੇ 'ਚ ਕਿੰਨਾ ਕੁ ਪੰਜਾਬ ਨੂੰ ਕਿਸ ਤਰੀਕੇ ਮੂਵ ਕਰਨਾ ਚਾਹੀਦਾ ਤਾਂ ਕਿ ਪੰਜਾਬ 'ਚ ਦੇਖੋ ਬਲਦੀ 'ਚ ਤੇਲ ਨਹੀਂ ਪੈਣਾ ਚਾਹੀਦਾ, ਠੰਡ ਵਰਸਾਣੀ ਚਾਹੀਦੀ ਹੈ। ਇਸ ਵੇਲੇ ਇੰਨਾ ਕੁ ਹਾਲਾਤ ਟੈਕਲ ਕਰਨ ਦੇ ਵਿੱਚ ਉਹਨਾਂ ਦਾ ਕੀ ਰੋਲ ਹੋਣਾ ਚਾਹੀਦਾ, ਅਸੀਂ ਤਾਂ ਉਹਨਾਂ ਨੂੰ ਉਹ ਸਮਝਾਉਣ ਜਾ ਰਹੇ ਹਾਂ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਜੀ। ਜਿੱਥੇ ਤੱਕ ਪੰਜਾਬ ਦਾ ਮਸਲਾ ਜਾਂ ਦੇਸ਼ ਦਾ ਮਸਲਾ ਹੈਗਾ, ਕਿਸਾਨ ਉਹ ਆ ਜਿੰਨੇ ਭੁੱਖੇ ਦੇਸ਼ ਦਾ ਢਿੱਡ ਭਰਿਆ, ਪਰ ਹੁਣ ਕਿਸਾਨ ਸੜਕਾਂ 'ਤੇ ਨੇ। ਔਰ ਖਾਸ ਕਰਕੇ ਜਿਸ ਤਰ੍ਹਾਂ ਸੈਂਟਰ ਸਰਕਾਰ ਵਾਰ-ਵਾਰ ਕਹਿ ਰਹੀ ਕਿ ਡਾਇਰੈਕਟ ਪੇਮੈਂਟ ਕਰਨੀ ਚਾਹੀਦੀ ਹੈ,
ਪਰ ਜਿਹੜਾ ਰਿਸ਼ਤਾ ਕਿਸਾਨ ਦਾ ਤੇ ਆੜ੍ਹਤੀਆਂ ਦਾ ਉਹ ਅੱਜ ਦਾ ਨਹੀਂ ਆ, ਸਦੀਆਂ ਪੁਰਾਣਾ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ, ਬੀ ਨਿਊਜ਼, ਚੰਡੀਗੜ੍ਹ। ਚਾਹੇ ਮੋਦੀ ਸਰਕਾਰ ਨੇ ਕਣਕ ਦੀ ਖਰੀਦ ਨੂੰ ਲੈ ਕੇ CCL ਲਿਮਟ ਜਾਰੀ ਕਰ ਦਿੱਤੀ, ਲੇਕਿਨ ਫਿਰ ਵੀ ਹਜੇ ਸਿੱਧੀ ਅਦਾਇਗੀ ਤੇ ਅੜਿਆ ਹੋਇਆ। ਉਧਰ ਸਰਕਾਰ ਨੇ ਆਪਣਾ ਪਲਾਨ B ਵੀ ਤਿਆਰ ਕੀਤਾ ਹੈ। ਇਸ ਸੰਬੰਧੀ ਅਸੀਂ ਗੱਲਬਾਤ ਕਰਾਂਗੇ ਸੂਬੇ ਦੇ ਫੂਡ ਅਤੇ ਸਪਲਾਈ ਮੰਤਰੀ ਸ਼੍ਰੀ ਭਾਰਤ ਭੂਸ਼ਣ ਆਸ਼ੂ ਜੀ ਨੇ। ਸਰ, ਕੀ ਸਮਝਦੇ, ਇੱਕ ਪਾਸੇ CCL ਲਿਮਟ ਵੀ, ਦੂਜੇ ਪਾਸੇ ਕਹਿੰਦੇ ਕਿ ਨਹੀਂ, ਕੰਨ ਤੁਹਾਨੂੰ ਉਦਾਂ ਹੀ ਫੜਨਾ ਪੈਣਾ, ਚਾਹੇ ਇੱਧਰੋਂ ਫੜੋ ਚਾਹੇ ਉੱਧਰੋਂ ਫੜੋ। ਇੱਕ ਨਾ ਮੈਂ ਤੁਹਾਨੂੰ ਦੱਸ ਦਿਆਂ, CCL ਖਰਾਤ ਵਿੱਚ ਨਹੀਂ ਮਿਲਦੀ। ਬੈਂਕ 'ਚੋਂ ਤੁਸੀਂ ਲੋਨ ਲੈਣ ਜਾਂਦੇ ਹੋ ਨਾ, ਤੇ ਤੁਹਾਡੇ ਅਕਾਊਂਟ ਸਟੇਟਮੈਂਟ ਹੈ, ਇਹ ਸਾਡੇ ਸਰਕਾਰ ਦੀ ਕਾਰਗੁਜ਼ਾਰੀ ਹੈ। ਅਸੀਂ ਕਿਸ ਤਰੀਕੇ ਟਰਾਂਸਪੇਰੈਂਸੀ ਔਰ ਪਾਰਦਰਸ਼ਤਾ ਨਾਲ ਪੇਮੈਂਟਾਂ ਕੀਤੀਆਂ, ਉਹਦੇ ਕਰਕੇ ਜੋ ਸਾਡੀ ਅਕਾਊਂਟ ਸਟੇਟਮੈਂਟ ਜਾਂਦੀ ਹੈ ਉਹਦੇ ਆਧਾਰ ਤੇ ਇਹ CCL ਆਉਂਦੀ ਹੈ। ਇਹ ਮੋਦੀ ਕਰਵਾਇਆ ਗਿਆ, ਮਹਿਸੂਸ ਕਰਵਾਇਆ ਗਿਆ। ਨਹੀਂ, ਮਹਿਸੂਸ ਤੁਸੀਂ ਕਰਵਾਇਆ ਵੀ ਡਾਇਰੈਕਟ ਪੇਮੈਂਟ CCL ਤਾਂ ਕਦੀ ਪੁੱਛੀ ਨਹੀਂ। ਮੈਂ ਤਾਂ ਹਰ ਵਾਰੀ ਕਿਹਾ ਵੀ CCL ਆ ਰਹੀ ਹੈ, ਸਾਨੂੰ ਕੋਈ ਕਿਤੇ ਪ੍ਰੋਬਲਮ ਨਹੀਂ CCL 'ਚ ਆਉਣੀ। CCL 'ਚ ਸਰਕਾਰ, ਸੈਂਟਰ ਸਰਕਾਰ ਦਾ ਲੈਣ ਦੇਣ ਹੀ ਨਹੀਂ ਹੁੰਦਾ ਅਨਲੈਸ ਅੰਟਿਲ ਸਾਡੇ ਅਕਾਊਂਟਸ ਬਹੁਤ ਜ਼ਿਆਦਾ ਖਰਾਬ ਹੋ ਜਾਣ। ਜਿਵੇਂ ਪਿਛਲੀਆਂ ਸਰਕਾਰਾਂ ਦੇ ਟਾਈਮ ਤੇ 10-10 15-15 ਦਿਨ ਨਹੀਂ ਸੀ ਆਉਂਦੇ ਤਾਂ ਸੈਂਟਰ ਗਵਰਨਮੈਂਟ ਨੂੰ ਵਿੱਚ ਇੰਟਰਵੀਨ ਕਰਕੇ ਦਿਲਵਾਉਣੀ ਪੈਂਦੀ ਸੀਗੀ। ਅਸੀਂ ਤਾਂ ਪਿਛਲੇ ਜਿੰਨੀਆਂ 8 ਫਸਲਾਂ ਚੱਕੀਆਂ, CCL ਸਾਡੀ ਟਾਈਮ ਤੇ ਆਈ ਹੈ ਕਿਉਂਕਿ ਸਾਡੇ ਬਈ ਖਾਤੇ ਠੀਕ ਨੇ। ਇੱਕ ਗੱਲ ਇਹ ਮੈਂ ਤੁਹਾਨੂੰ ਕਲੈਰਿਟੀ ਲਿਆ ਦਿਆਂ। ਦੂਸਰੀ ਗੱਲ, ਮੈਂ ਸ਼ੁਰੂਆਤ 'ਚੋਂ ਕਹਿ ਰਿਹਾ ਵੀ ਸਾਡੀ CCL ਵੀ ਆਉਣੀ ਹੈ ਤੇ ਅਸੀਂ ਪ੍ਰੋਕਿਉਰਮੈਂਟ ਵੀ ਕਰਨੀ ਹੈ। ਹੁਣ ਤੀਸਰੀ ਗੱਲ, ਤੁਸੀਂ ਇਹ ਕਹਿੰਦੇ ਹੋ ਵੀ ਕੋਈ ਪਲਾਨ B ਹੈ। ਸਾਡਾ ਔਰ ਸਾਡੇ CM ਸਾਹਿਬ ਦੀ ਜੋ ਡਾਇਰੈਕਸ਼ਨ ਹੈ ਔਰ ਜੋ ਉਹਨਾਂ ਦੀ ਇਸ ਵੇਲੇ ਇਹ ਸੋਚ ਆ ਵੀ ਜਿਹੜਾ ਕਿਸਾਨ ਔਰ ਆੜ੍ਹਤੀਆਂ ਦਾ ਰਿਸ਼ਤਾ ਆ, ਇਹ ਮੈਂ ਟੁੱਟਣ ਨਹੀਂ ਦੇਣਾ ਤੇ ਸਿਸਟਮ ਨੂੰ ਵੀ ਪ੍ਰੋਟੈਕਟ ਕਰਕੇ ਰੱਖਣਾ ਹੈ। ਉਹਦੇ ਵਾਸਤੇ ਕੀ ਮੈਕੈਨਿਜ਼ਮ ਤਿਆਰ ਕਰਨੇ ਆ। ਅਗਰ ਕੋਈ ਸੈਂਟਰ ਗਵਰਨਮੈਂਟ ਵੱਲੋਂ ਇਹੋ ਜਿਹੀ ਅਖੀਰ ਤਾਈਂ ਰਹਿੰਦੀ ਹੋਈ ਹੈ ਉਹਨਾਂ ਵੱਲੋਂ ਜ਼ਿੱਦ, ਤੇ ਇਹਨੂੰ ਕਿਸ ਤਰੀਕੇ ਇਸ ਸਿਸਟਮ ਨੂੰ ਸਾਰਿਆਂ ਨੂੰ ਪ੍ਰੋਟੈਕਟ ਕਰਕੇ ਚਲਾਉਣਾ, ਉਹਦੇ ਵਾਸਤੇ ਵੀ ਅਸੀਂ ਜ਼ਰੂਰ ਮੱਥਾਪੱਚੀ ਕਰਾਂਗੇ, ਤਿਆਰੀ ਕਰਕੇ ਰੱਖਾਂਗੇ। ਸਾਰੇ ਕਿਸਾਨ ਦੇ ਨਾਲ ਜਿੰਨੇ ਸਟੇਕ ਹੋਲਡਰਸ ਇਨਵੋਲਵ ਨੇ, ਚਾਹੇ ਉਹ ਟਰਾਂਸਪੋਰਟਰ ਹੈ, ਚਾਹੇ ਕੋਈ ਆੜ੍ਹਤੀ ਆਇਆ, ਚਾਹੇ ਕੋਈ ਲੇਬਰ ਵਾਲਾ ਆ, ਹਰੇਕ ਦਾ ਕਿਸ ਤਰੀਕੇ ਉਹਦਾ ਹੱਕ ਪ੍ਰੋਟੈਕਟ ਕਰਕੇ ਰੱਖਣਾ ਹੈ ਸਰਕਾਰਾਂ ਦੀ ਜ਼ਿੰਮੇਵਾਰੀ। ਅਸੀਂ ਸਿੱਧੀ ਅਦਾਇਗੀ ਨੂੰ ਲੈ ਕੇ ਹਜੇ ਵੀ ਕਾਂਗਰਸ ਸਰਕਾਰ, ਸੈਂਟਰ ਸਰ ਉੱਥੇ ਹੀ ਹੈ। ਬਿਲਕੁਲ, ਉਹਨਾਂ ਦਾ ਸਟੈਂਡ ਆਪਣੀ ਜਗ੍ਹਾ ਹੈ, ਸਟੇਟ ਗਵਰਨਮੈਂਟ ਦਾ ਸਟੈਂਡ ਆਪਣੀ ਜਗ੍ਹਾ ਹੈ। CM ਸਾਹਿਬ ਨੇ ਕਿਹਾ ਅਸੀਂ ਆੜ੍ਹਤੀਆਂ ਦੇ ਥਰੂ ਕਰਨੀ ਹੈ ਤੇ ਸਾਡਾ ਸਟੈਂਡ ਬਹੁਤ ਕਲੀਅਰ ਔਰ ਕਨਵੇਡ ਹੈ। ਕੱਲ 4 ਵਜੇ ਮੀਟਿੰਗ ਹੈ ਇਹਦੇ ਤੇ ਕ੍ਰਿਸ਼ੀ ਭਵਨ 'ਚ ਪਿਊਸ਼ ਗੋਇਲ ਜੀ ਨਾਲ ਤੇ ਉਹਨਾਂ ਦੇ ਸਾਰੇ ਆਫੀਸਰਸ ਨਾਲ, ਤੇ ਅਸੀਂ ਇੱਥੋਂ ਵੀ ਜਾਵਾਂਗੇ, ਇੱਥੋਂ ਪੰਜਾਬ ਦਾ ਵਫਦ ਜਾਏਗਾ। ਉਹਦਾ ਕੀ ਸਿੱਟਾ ਨਿਕਲਦਾ ਕੱਲ ਸ਼ਾਮ ਤਾਈਂ ਦੇਖਦੇ ਹਾਂ। ਇਹ ਤੇ ਓਪੋਜੀਸ਼ਨ ਵਾਲੇ ਵੀ ਮੰਨਦੇ ਹੈਗੇ ਨੇ ਕਿ ਜਿਉਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਹੈ, ਕਿਸਾਨ ਮੰਡੀਆਂ 'ਚ ਨਹੀਂ ਰੁਲਿਆਗਾ। ਪਰ ਹੁਣ ਜਿੱਥੇ ਸੈਂਟਰ ਦਾ ਰਵੱਈਆ ਲਗਾਤਾਰ ਕਿ ਸਿੱਧੀ ਅਦਾਇਗੀ ਤੋਂ ਬਗੈਰ ਗੁਜ਼ਾਰਾ ਨਹੀਂ ਆਏਗਾ, ਕਿਸਾਨ ਵੀ ਚਾਹੁੰਦੇ ਆ ਕਿ ਸਾਡਾ ਰਿਸ਼ਤਾ ਨਾ ਟੁੱਟੇ, ਆੜ੍ਹਤੀਆਂ ਤੇ ਵੀ ਕੈਪਟਨ ਸਾਹਿਬ ਨੇ ਕਹਿਤਾ ਕਿ ਸਾਡੇ ਦਰਵਾਜ਼ੇ ਖੁੱਲ੍ਹੇ ਨੇ। ਪਰ ਸਵਾਲ ਹੈ ਕਿ ਖਰੀਦ ਨਿਰਵਿਘਨ ਹੋਏਗੀ, 10 ਤਰੀਕ ਤੋਂ ਸ਼ੁਰੂ ਹੋ ਜਾਏਗੀ। ਬਿਲਕੁਲ ਤੁਹਾਡੇ ਸਾਹਮਣੇ ਹੀ ਆਏਗੀ, ਨਿਰਵਿਘਨ ਹੋਏਗੀ, ਇੱਕ ਇੱਕ ਦਾਣਾ ਚੱਕਿਆ ਜਾਏਗਾ ਔਰ ਉਹਦੀ ਅਦਾਇਗੀ ਵੀ 48 ਘੰਟੇ ਦੇ ਵਿੱਚ। 48 ਬਾਕੀ ਸੂਬੇ ਤਾਂ ਅੱਜ ਲਾ ਰਹੇ, ਅਸੀਂ ਤਾਂ 48 ਘੰਟੇ 'ਚ ਪਿਛਲੇ 4 ਸਾਲਾਂ ਤੋਂ ਦਿੰਦੇ ਆ ਰਹੇ ਹਾਂ ਬਗੈਰ ਕਿਸੇ ਰੋਕ ਟੋਕ ਦੇ। ਕਿਸਾਨ ਦੇ ਖਾਤੇ 'ਚ ਜਦੋਂ ਬਿੱਲ ਰੇਜ਼ ਹੁੰਦਾ 48 ਘੰਟੇ 'ਚ ਪੇਮੈਂਟ ਚਲੇ ਜਾਂਦੀ ਹੈ। ਔਰ ਜਿਹੜੀ ਟਰਾਂਸਪੇਰੈਂਸੀ ਦੀ ਗੱਲ ਲੋਕ ਸਭਾ 'ਚ ਵੀ ਤੇ ਪਿਊਸ਼ ਗੋਇਲ ਜੀ ਬਾਹਰ ਵੀ ਕਹਿੰਦੇ ਆ, ਉਹ ਟਰਾਂਸਪੇਰੈਂਸੀ ਪਿਛਲੇ 3 ਸੀਜ਼ਨਸ ਤੋਂ ਅਸੀਂ ਅਨਾਜ ਖਰੀਦ ਪੋਰਟਲ ਜਿਹੜਾ PFMS ਨਾਲ ਅਸੀਂ ਇੰਟੀਗ੍ਰੇਟ ਕਰ ਰੱਖਿਆ, ਉਹਦੇ ਥਰੂ ਹੋ ਰਹੀ ਹੈ। ਸਾਰੇ ਕਿਸਾਨਾਂ ਦੇ ਖਾਤਿਆਂ 'ਚ RTGS ਜਾਂਦੀ ਹੈ, ਪਰ ਜਾਂਦੀ ਥਰੂ ਆੜ੍ਹਤੀਆਜ਼ ਹੈ। ਆੜ੍ਹਤੀਆਂ ਦੀ ਜਿਹੜੀ ਆੜਤ ਹੈ ਉਹ ਅਸੀਂ ਅਲੱਗ ਤੋਂ ਦਿੰਦੇ ਹਾਂ। ਉਹਦੇ 'ਚ ਉਸ ਪੇਮੈਂਟ ਦੇ ਵਿੱਚ ਨਾ ਕੋਈ ਆੜ੍ਹਤੀਆ ਕੱਟ ਲਗਾ ਸਕਦਾ, ਨਾ ਕੁਛ ਕਰ ਸਕਦਾ, ਸਿਰਫ ਉਹਦੇ ਥਰੂ ਪੇਮੈਂਟ ਹੁੰਦੀ। ਮਤਲਬ ਪਿਊਸ਼ ਗੋਇਲ ਨੇ ਤੁਹਾਨੂੰ ਬੁਲਾ ਲਿਆ ਹੈਗਾ, ਚਾਹੇ ਕਿ ਪਹਿਲਾਂ ਤੁਹਾਡਾ ਕਾਫੀ ਕਿ ਉਹ ਆਉਂਦੇ ਨਹੀਂ ਹੈਗੇ, ਲਾਈਨ 'ਤੇ ਨਹੀਂ ਆਉਂਦੇ। ਕੱਲ੍ਹ ਉਹਨਾਂ ਨਾਲ 1 ਘੰਟਾ VC ਵੀ ਹੋਈ ਹੈ, ਸਾਰੇ ਇਸ਼ੂ VC 'ਤੇ ਡਿਸਕਸ ਵੀ ਹੋਏ ਨੇ, ਰੇਜ਼ ਵੀ ਕੀਤੇ। ਅਸੀਂ ਅੱਜ ਏਜੰਡਾ ਉਹਨਾਂ ਨੂੰ ਭੇਜ ਰਹੇ ਹਾਂ ਤੇ ਕੱਲ੍ਹ ਸਾਰਾ ਵਫਦ ਉਹਨਾਂ ਨੂੰ ਮਿਲਣ ਜਾ ਰਿਹਾ ਔਰ ਇਹਨਾਂ ਚੀਜ਼ਾਂ 'ਤੇ, ਔਰ ਖ਼ਾਸ ਤੌਰ 'ਤੇ ਜਿਹੜੀ ਇਸ਼ੂ ਤੁਹਾਡੇ ਸਾਹਮਣੇ ਹੈ ਡਾਇਰੈਕਟ ਪੇਮੈਂਟ ਟੂ ਫਾਰਮਰਸ, ਇਹਦੇ 'ਤੇ ਡਿਸਕਸ਼ਨ ਹੋਏਗੀ। ਹੋਰ RDF ਇਸ਼ੂ ਹੈ, ਹੋਰ ਸਾਡੇ ਪ੍ਰੋਕਿਉਰਮੈਂਟ ਇੰਸੀਡੈਂਟਲਸ ਹੈ, ਉਹ ਜਿਹੜੇ ਰੁਕੇ ਹੋਏ ਆ, ਇੱਥੋਂ ਦੀ ਮੂਵਮੈਂਟ ਹੈ, ਇੱਥੇ ਸਪੇਸ ਦੀ ਸ਼ਾਰਟੇਜ ਹੁੰਦੀ ਜਾ ਰਹੀ ਹੈ, ਕਿਸ ਤਰੀਕੇ ਜਿਹੜਾ ਸਾਡਾ ਭੰਡਾਰ ਹੈ ਅਸੀਂ ਬਾਹਰ ਮੂਵ ਕਰਨਾ ਹੈ, ਸਾਰੇ ਇਸ਼ੂਜ਼ ਅਸੀਂ ਲਵਾਂਗੇ ਕੱਲ੍ਹ ਜਾ ਕੇ। ਕਹਿੰਦੇ RDF 'ਚ ਵੀ ਕਟੌਤੀ ਕਰਦੀ, ਕਹਿੰਦੇ ਕਿ ਪਿਛਲਾ 800 ਕਰੋੜ ਰੁਪਈਆ ਵੀ ਨਹੀਂ ਦਿੱਤਾ ਹੈਗਾ, ਉਹ ਵੀ ਹੋਏਗੀ ਏਜੰਡੇ 'ਤੇ। ਜੀ ਉਹ ਵੀ ਏਜੰਡੇ 'ਤੇ ਹੈ। ਮੈਂ ਦੁਬਾਰਾ ਸਰਕਾਰ ਨੂੰ ਮਿਲ ਰਹੇ ਹੈਗੇ,
ਉਹਨਾਂ ਨਾਲ ਭਰੋਸਾ ਨਹੀਂ ਹੈਗਾ ਕਿ ਉਹ ਆਪਣੀ ਵਿਉਂਤਬੰਦੀ ਤਿਆਰ ਕਰੇ ਨੇ। ਨਹੀਂ, ਤੁਸੀਂ ਪਿਛਲੀ ਵਾਰ ਆਏ ਸੀਗੇ ਜਦੋਂ 4 ਦਿਨ ਪਹਿਲਾਂ ਸੀਐਮ ਸਾਹਿਬ ਨਾਲ ਮੀਟਿੰਗ ਹੋਈ ਸੀਗੀ, ਉਸੇ ਦਿਨ ਹੀ ਇਹ ਡਿਸਾਈਡਡ ਸੀਗਾ ਵੀ ਜਿਹੜਾ ਉਹਨਾਂ ਨੇ ਆਪਣੀਆਂ ਮੰਗਾਂ ਦੱਸੀਆਂ ਹੈ ਉਹਨਾਂ ਨੂੰ ਲੈ ਕੇ ਸਰਕਾਰ ਨੇ ਆਪਣੇ ਆਫੀਸਰਸ ਨੂੰ ਕਹਿਤਾ ਸੀਗਾ ਵੀ ਇਹਨਾਂ ਨੂੰ ਸਾਰਿਆਂ ਨੂੰ ਦੇਖੋ, ਤੇ ਅਗਲੀ ਮੀਟਿੰਗ ਉਸੇ ਦਿਨ ਹੀ ਤੈਅ ਹੋ ਗਈ ਸੀਗੀ ਵੀ 2-3 ਦਿਨ ਬਾਅਦ ਬੈਠਾਂਗੇ ਤੇ ਇਹਨਾਂ ਚੋਂ ਜਿੰਨੀਆਂ ਵੀ ਮੰਗਾਂ ਸਰਕਾਰ ਆਪਣੇ ਲੈਵਲ ਤੇ ਕਰ ਸਕਦੀ ਹੋਈ ਜਿਹੜੀ ਪੰਜਾਬ ਸਰਕਾਰ ਦੇ ਹੱਥ 'ਚ ਹੋਈਆਂ ਉਹ ਅਸੀਂ ਅੱਜ ਉਹਦੇ ਤੇ ਫੈਸਲਾ ਕਰਾਂਗੇ। ਸੀਐਮ ਸਾਹਿਬ ਦੱਸਣਗੇ ਉਹਨਾਂ ਨੂੰ। ਜਿਹੜੇ ਪੰਜਾਬ ਦੇ ਬੀਜੇਪੀ ਦੀ ਗੱਲ ਕਰੀ ਜਾਂ ਅਕਾਲੀ ਦਲ ਦੀ ਗੱਲ ਕਰੀ, ਉਹ ਆਪਣੀ ਸਿਆਸਤ ਕਰ ਰਹੇ ਨੇ। ਹਾਲਾਂਕਿ ਬੀਜੇਪੀ ਦਾ ਵੀ ਉਹਨਾਂ ਰੋਲ ਬਣਦਾ ਕਿ ਜਿੰਨਾ ਸਰਕਾਰ ਦਾ, ਜਿੰਨਾ ਸਰਕਾਰ ਦਾ ਰੋਲ ਉਹਨਾਂ ਓਪੋਜੀਸ਼ਨ ਦਾ। ਤੁਹਾਨੂੰ ਲੱਗਦਾ ਕਿ ਜਿਹੜੇ ਮਸਲੇ, ਜਿਸ ਮਸਲਿਆਂ ਤੇ ਸੈਂਟਰ ਸਰਕਾਰ ਵਾਰ-ਵਾਰ ਪੰਜਾਬ ਦੀ ਘੇਰਾਬੰਦੀ ਕਰ ਰਿਹਾ, ਉਹਨਾਂ ਨੂੰ ਲੈ ਕੇ ਓਪੋਜੀਸ਼ਨ ਨੂੰ ਨਾਲ ਖੜਾ ਹੋਣਾ ਚਾਹੀਦਾ ਸਰਕਾਰ ਨਾਲ? ਜੀ ਇਹ ਬਿਲਕੁਲ ਅੱਜ ਬਹੁਤ ਸਮਝਦਾਰ ਆ ਪੰਜਾਬ ਦਾ ਕਿਸਾਨ, ਉਹਨਾਂ ਨੂੰ ਪਤਾ ਹੈ ਇਹ ਇਸ਼ੂ ਕਿਹਦੇ ਵੱਲੋਂ ਕ੍ਰੀਏਟ ਕੀਤਾ ਗਿਆ। ਅਗਰ ਸੈਂਟਰ ਦੇ ਵਿੱਚ ਬੀਜੇਪੀ ਸਰਕਾਰ ਹੈ ਤਾਂ ਜਿਹੜੇ ਬੀਜੇਪੀ ਦੇ ਨੁਮਾਇੰਦੇ ਇੱਥੇ ਬੈਠੇ ਹੈ ਉਹਨਾਂ ਨੂੰ ਉਹਨਾਂ ਦੀਆਂ ਭਾਵਨਾਵਾਂ ਪਹੁੰਚਾਉਣੀਆਂ ਚਾਹੀਦੀਆਂ ਸੀਗੀਆਂ। ਉਹ ਤਾਂ 3 ਕਿਸਾਨ ਬਿੱਲਾਂ ਤੇ ਭਾਵਨਾਵਾਂ ਨਹੀਂ ਪਹੁੰਚਾ ਪਾਏ, ਉੱਪਰੋਂ ਆਪਣੇ ਹਾਈ ਕਮਾਂਡ ਦੀਆਂ ਭਾਵਨਾਵਾਂ ਕਿਸਾਨਾਂ ਤਾਈਂ ਪਹੁੰਚਾਉਣ ਲਈ ਉਹਨਾਂ ਦੇ ਹਿੱਕਾਂ 'ਚ ਵੱਜਦੇ ਹੈ ਤੇ ਫਿਰ ਅਣਸੁਖਾਵੇਂ ਦੁਖਾਂਤ ਕਿਤੇ ਨਾ ਕਿਤੇ ਵਾਪਰਦੇ ਹੈ। ਪਰ ਹਾਲਾਤ ਇਹ ਹੈ ਵੀ ਜਿਹੜੀ ਜਮਹੂਰੀਅਤ ਦੇ ਵਿੱਚ ਸਰਕਾਰਾਂ ਹੈ ਨਾ, ਉਹ ਲੋਕਾਂ ਦੀ ਸੋਚ ਦਾ ਆਇਨਾ ਹੁੰਦੀਆਂ, ਸ਼ੀਸ਼ਾ ਹੁੰਦੀਆਂ। ਜੋ ਅਸੀਂ ਇੱਥੇ ਦੀ ਪਬਲਿਕ ਸੋਚਦੀ ਹੈ ਅਸੀਂ ਉਹਨਾਂ ਨੂੰ ਹੀ ਪਾਲਿਸੀਆਂ ਦੇ ਵਿੱਚ ਬਣਾ ਕੇ ਉਹਨਾਂ ਦੀ ਸੋਚ ਨੂੰ ਹੀ ਐਗਜ਼ੀਕਿਊਸ਼ਨ 'ਚ ਲਿਜਾਣਾ ਹੁੰਦਾ। ਪਰ ਇੱਥੇ ਦੀ ਸੋਚ ਉੱਥੇ ਤਾਈਂ ਪਹੁੰਚਾ ਹੀ ਨਹੀਂ ਪਾ ਰਹੇ ਉਹ। ਉਹਨਾਂ ਨੂੰ ਚਾਹੀਦਾ ਆ ਵੀ ਜੋ ਇੱਥੇ ਦਾ ਆੜਤੀਆ ਵਰਗ ਆ ਜਿਹੜਾ ਬਾਏ ਐਂਡ ਲਾਰਜ ਉਹਨਾਂ ਦੀ ਪਾਰਟੀ ਦਾ ਸਪੋਰਟਰ ਰਿਹਾ ਹੈ, ਦੇਖਿਆ ਜਾਵੇ ਤਾਂ ਉਹਨਾਂ ਦੀਆਂ ਭਾਵਨਾਵਾਂ ਪਹੁੰਚਾਉਣੀਆਂ ਚਾਹੀਦੀਆਂ, ਕਿਸਾਨਾਂ ਦੀਆਂ ਭਾਵਨਾਵਾਂ ਪਹੁੰਚਾਉਣੀਆਂ ਚਾਹੀਦੀਆਂ ਉਹਨਾਂ ਨੂੰ। ਹੋਰ ਨਹੀਂ ਤਾਂ ਇੰਨਾ ਹੀ ਕਹਿਣਾ ਚਾਹੀਦਾ ਵੀ ਪਹਿਲਾਂ ਡਿਸਕਸ਼ਨ ਤਾਂ ਇਹਨੂੰ ਡੈਫਰ ਕਰ ਲਓ, ਇਹ ਉਹਨਾਂ ਦਾ ਫਰਜ਼ ਬਣਦਾ ਹੈ। ਪਰ ਉਹਨਾਂ ਦੀ ਆਪ ਦੀ ਸੋਚ ਹੈ, ਮੈਂ ਕੀ ਕਹਿ ਸਕਦਾ ਹਾਂ। ਅਣਸੁਖਾਵੀਂ ਘਟਨਾ ਦਾ ਜ਼ਿਕਰ ਕੀਤਾ ਹੈਗਾ ਕਿ ਅਸ਼ਵਨੀ ਸ਼ਰਮਾ ਜਿਹੜੇ ਬੀਜੇਪੀ ਪ੍ਰਧਾਨ ਕਹਿੰਦੇ ਪੰਜਾਬ 'ਚ ਕਾਨੂੰਨ ਵਿਵਸਥਾ ਵਿਗੜ ਗਈ ਹੈ, ਸਾਡੇ ਹੱਕ ਖੋਏ ਜਾ ਰਹੇ ਨੇ। ਕਿਸੇ ਦਾ ਹੱਕ ਕਿਤੇ ਨਹੀਂ ਖੋਇਆ ਜਾ ਰਿਹਾ। ਜਿੰਨੀ ਕਾਨੂੰਨ ਵਿਵਸਥਾ ਤੁਸੀਂ ਵੀ ਸਾਰੇ ਜਾਣਦੇ ਹੋ ਪੰਜਾਬ ਦੇ ਵਿੱਚ ਦਰੁਸਤ ਆ ਕਿਤੇ ਵੀ ਨਹੀਂ ਹੈ। ਜੇ ਕੰਪੇਅਰ ਕਰ ਲਈਏ ਗੁਆਂਢ 'ਚ ਯੂਪੀ ਪਿਆ, ਗੁਆਂਢ 'ਚ ਹਰਿਆਣਾ ਪਿਆ, ਹਰਿਆਣੇ 'ਚ ਤਾਂ ਚੀਫ ਮਿਨਿਸਟਰ ਦਾ ਹੈਲੀਕਾਪਟਰ ਨਹੀਂ ਉਤਰਨ ਦਿੰਦੇ। ਸਾਰੀ ਸਰਕਾਰ ਚੰਡੀਗੜ੍ਹ 'ਚ ਨਜ਼ਰਬੰਦ ਹੋਈ ਆ, ਉਹਨਾਂ ਦੇ ਐਮਐਲਏ ਨਹੀਂ ਮੂਵ ਕਰ ਪਾ ਰਹੇ। ਇਹ ਇੱਥੇ ਚਾਹੇ ਸਿਕਿਉਰਿਟੀਆਂ ਨਾਲ ਮੂਵ ਤਾਂ ਕਰਦੇ ਸ਼ਰਮਾ ਜੀ ਇਹ ਸੋਚਣ ਵੀ ਇਹ ਅਣਸੁਖਾਵੀਂ ਘਟਨਾ ਵਾਪਰਦੀ ਕਿਉਂ ਹੈ। ਸੀਐਮ ਸਾਹਿਬ ਨੇ ਉਸੇ ਦਿਨ ਨਿੰਦਿਆ ਕੀਤੀ ਘਟਨਾ ਦੀ, ਪਰ ਇਹ ਆਖਿਆ ਵੀ ਫਟਾਫਟ ਕੇਂਦਰ ਸਰਕਾਰ ਨੂੰ ਖਾਸ ਤੌਰ ਤੇ ਪੀਐਮ ਨੂੰ ਇੰਟਰਵੀਨ ਕਰਨਾ ਚਾਹੀਦਾ, ਖੁੱਲ੍ਹੇ ਦਿਲ ਨਾਲ ਇਹਨੂੰ ਸੋਚਣਾ ਚਾਹੀਦਾ। ਪੰਜਾਬ ਦੇ ਹਾਲਾਤਾਂ ਦੇ ਮੱਦੇ ਨਜ਼ਰ ਇਹਦੇ ਤੇ ਫੈਸਲੇ ਲੈਣੇ ਚਾਹੀਦੇ ਆ। ਜਿਹੜੀ ਕਿਸਾਨ ਐਜੀਟੇਸ਼ਨ ਤੇ ਉਹਨਾਂ ਦੀਆਂ ਡਿਮਾਂਡਸ ਨੇ ਅੱਜ ਖੜੀਆਂ। ਬੀਬੀ ਹਰਸਿਮਰਤ ਕੌਰ ਬਾਦਲ ਕਹਿ ਰਹੀ ਕਿ ਖੇਤੀਬਾੜੀ ਮਸਲੇ ਤੇ ਹੁਣ ਵੇਲ ਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਦੇ ਦੇਣਾ ਚਾਹੀਦਾ। ਬੀਬੀ ਜੀ ਨੂੰ ਆਪ ਚਾਹੀਦਾ ਸੀਗਾ, ਸਾਰੀ ਬਲਾ ਤਾਂ ਉਹਨਾਂ ਦੀ ਕ੍ਰੀਏਟ ਕੀਤੀ ਹੋਈ ਹੈ। ਜੇ ਅੱਜ ਕਿਸਾਨਾਂ ਦੇ ਇਸ਼ੂਜ਼ ਨੇ, ਜਦੋਂ ਉਹ ਉੱਥੇ ਸਰਕਾਰ 'ਚ ਬੈਠੇ ਸਨ ਉਦੋਂ ਹੀ ਉਹਨਾਂ ਦੀ ਆੜਤ 2.5% ਤੋਂ ਕੱਟ ਲੱਗੀ, ਕਦੀ ਉਹਨਾਂ ਨੇ ਇਸ਼ੂ ਨਹੀਂ ਚੱਕਿਆ। ਉਹਨਾਂ ਦੇ ਹੁੰਦਿਆਂ ਆਰਡੀਨੈਂਸ ਇਸ਼ੂ ਹੋਏ, ਕਦੀ ਉਹਨਾਂ ਨੇ ਮੁੱਦਾ ਨਹੀਂ ਚੱਕਿਆ। ਜਿੰਨੀਆਂ ਸਖਤੀਆਂ 2017 ਤੋਂ ਹੌਲੀ ਸ਼ੁਰੂ ਹੋਈਆਂ ਨੇ, ਕਦੀ ਉਹਨਾਂ ਨੇ ਮੁੱਦਾ ਨਹੀਂ ਚੱਕਿਆ। ਅੱਜ ਉਹਨਾਂ ਨੂੰ ਕਿਸਾਨੀ ਦੀ ਬੜੀ ਯਾਦ ਆ ਰਹੀ ਹੈ ਪਿਛਲੇ 3-4 ਮਹੀਨੇ ਤੋਂ। ਉਹ ਵੀ ਉਦੋਂ ਵੀ ਜੋ ਹਾਲ ਅੱਜ ਬੀਜੇਪੀ ਦਾ ਹੋ ਰਿਹਾ ਕਿਤੇ ਉਹਨਾਂ ਦਾ ਨਾ ਹੋ ਜਾਏ, ਇਸ ਕਰਕੇ ਚੀਚੀ ਉਂਗਲੀ ਨੂੰ ਉਹ ਚੀਰਾ ਲਾ ਕੇ ਤੇ ਸ਼ਹੀਦ ਹੋਣ ਵਾਲੀ ਗੱਲ ਕਰਦੇ ਪਏ ਨੇ। ਸੋ ਕੈਪਟਨ ਸਾਹਿਬ ਨੂੰ ਪਤਾ ਆ ਵੀ ਪੰਜਾਬ ਵਾਸਤੇ ਉਹਨਾਂ ਨੇ ਕਿਹੜਾ ਸਟੈਪ ਲੈਣਾ। ਉਹਨਾਂ ਨੇ ਕਦੀ ਗੱਦੀ ਦੀ ਪਰਵਾਹ ਨਹੀਂ ਕਰੀ। ਇਹੋ ਜਿਹੇ ਫੈਸਲੇ ਲਏ ਨੇ ਪੰਜਾਬ ਦੇ ਹੱਕ 'ਚ ਜਿਹੜੇ ਹਿਸਟਰੀ 'ਚ ਲਿਖੇ ਹੋਏ ਨੇ। ਤੇ ਅੱਜ ਵੀ ਪੰਜਾਬ ਦੀ ਕਿਸਾਨੀ ਵਾਸਤੇ ਕੀ ਫੈਸਲਾ, ਕਿਹੜਾ ਢੁਕਵਾਂ ਫੈਸਲਾ, ਕਿਹੜੇ ਢੁਕਵੇਂ ਟਾਈਮ ਲੈਣਾ, ਉਹ ਬਿਲਕੁਲ ਲੈਣਗੇ। ਸਰ ਕੱਲ੍ਹ ਜਿਹੜੀ ਤੁਹਾਡੀ ਮੀਟਿੰਗ ਹੋ ਰਹੀ ਆ ਪਿਊਸ਼ ਗੋਇਲ ਨਾਲ, ਉਮੀਦ ਹੈ ਕਿ ਖਾਲੀ ਨਹੀਂ ਮੋੜਨਗੇ ਜੀ? ਬਿਲਕੁਲ ਇਹ ਸਾਰੀਆਂ ਇੱਕ ਤਾਂ ਜਿਹੜੇ ਹਾਲਾਤ ਨੇ ਜ਼ਮੀਨੀ ਹਾਲਾਤ, ਤੇ ਕੁਝ ਪੰਜਾਬ ਦੀਆਂ ਜਾਇਜ਼ ਮੰਗਾਂ ਵੀ ਹੈ। ਜਾਇਜ਼ ਮੰਗਾਂ 'ਚ ਜ਼ਿਕਰ ਕਰੂਗੀ ਖੇਤੀਬਾੜੀ ਕਾਨੂੰਨ ਜਿਹੜੇ 3 ਹੈਗੇ ਨੇ ਕਿ ਉਹਨਾਂ ਦਾ ਬਹੁਤ ਵੱਡਾ ਰੋਲ ਪਿਊਸ਼ ਗੋਇਲ ਦਾ। ਜਿਹੜੇ ਕਾਨੂੰਨ ਨੇ ਉਹ ਇਸ ਵਫਦ ਦੇ ਵਿੱਚ ਨਹੀਂ ਡਿਸਕਸ ਹੋਣੇ, ਪਰ ਬਾਕੀ ਸਾਰੀਆਂ ਜਿਹੜੀਆਂ ਫੂਡ ਨਾਲ ਰਿਲੇਟਡ ਡਿਮਾਂਡਸ ਨੇ, ਅੱਜ ਜਦੋਂ ਪ੍ਰੋਕਿਉਰਮੈਂਟ ਸਾਡੀ 3-4 ਦਿਨ ਅੱਗੇ ਖੜੀ ਹੈ, ਉਸ ਤੋਂ ਪਹਿਲਾਂ ਜਿੰਨੀਆਂ ਅਸੀਂ ਉਹਨਾਂ ਤੋਂ ਮਨਵਾ ਪਾਏ। ਸਾਡਾ ਆਰਡੀਐਫ ਪਿਛਲੇ 6 ਮਹੀਨੇ ਤੋਂ ਰੋਕਿਆ ਪਿਆ ਹੈ, 800 ਕਰੋੜ ਨਵਾਂ ਆਰਡੀਐਫ ਫਿਰ ਰੇੜਕਾ ਖੜਾ ਹੋ ਜਾਣਾ ਇਹਦੇ ਵਿੱਚ ਵੀ, ਜਿਹਦੇ ਨਾਲ ਡਿਵੈਲਪਮੈਂਟ ਅਫੈਕਟ ਹੋਏਗੀ ਪੰਜਾਬ ਦੀ। ਨਾਲ ਦੀ ਨਾਲ ਹੋਰ ਆਹ ਡਾਇਰੈਕਟ ਪੇਮੈਂਟ ਟੂ ਆੜਤੀਆਜ਼ ਇਸ਼ੂ ਹੈ। ਇਸ ਐਜੀਟੇਸ਼ਨ ਦੇ ਦੌਰਾਨ ਉਹਦੇ 'ਚ ਕਿੰਨਾ ਕੁ ਪੰਜਾਬ ਨੂੰ ਕਿਸ ਤਰੀਕੇ ਮੂਵ ਕਰਨਾ ਚਾਹੀਦਾ ਤਾਂ ਕਿ ਪੰਜਾਬ 'ਚ ਦੇਖੋ ਬਲਦੀ 'ਚ ਤੇਲ ਨਹੀਂ ਪੈਣਾ ਚਾਹੀਦਾ, ਠੰਡ ਵਰਸਾਣੀ ਚਾਹੀਦੀ ਹੈ। ਇਸ ਵੇਲੇ ਇੰਨਾ ਕੁ ਹਾਲਾਤ ਟੈਕਲ ਕਰਨ ਦੇ ਵਿੱਚ ਉਹਨਾਂ ਦਾ ਕੀ ਰੋਲ ਹੋਣਾ ਚਾਹੀਦਾ, ਅਸੀਂ ਤਾਂ ਉਹਨਾਂ ਨੂੰ ਉਹ ਸਮਝਾਉਣ ਜਾ ਰਹੇ ਹਾਂ। ਚਲੋ ਬਹੁਤ ਮਿਹਰਬਾਨੀ, ਧੰਨਵਾਦ ਜੀ। ਜਿੱਥੇ ਤੱਕ ਪੰਜਾਬ ਦਾ ਮਸਲਾ ਜਾਂ ਦੇਸ਼ ਦਾ ਮਸਲਾ ਹੈਗਾ, ਕਿਸਾਨ ਉਹ ਹੈ ਜਿੰਨੇ ਭੁੱਖੇ ਦੇਸ਼ ਦਾ ਢਿੱਡ ਭਰਿਆ, ਪਰ ਹੁਣ ਕਿਸਾਨ ਸੜਕਾਂ 'ਤੇ ਨੇ। ਔਰ ਖਾਸ ਕਰਕੇ ਜਿਸ ਤਰ੍ਹਾਂ ਸੈਂਟਰ ਸਰਕਾਰ ਵਾਰ-ਵਾਰ ਕਹਿ ਰਹੀ ਜਿਹੜਾ ਰਿਸ਼ਤਾ ਕਿਸਾਨ ਦਾ ਤੇ ਆੜ੍ਹਤੀਆਂ ਦਾ,
ਉਹ ਅੱਜ ਦਾ ਨਹੀਂ ਆ, ਸਦੀਆਂ ਪੁਰਾਣਾ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ, ਬੀ ਨਿਊਜ਼, ਚੰਡੀਗੜ੍ਹ।